हेलो दोस्तों, इस वीडियो ਵਿੱਚ ਆਪਾਂ ਗੱਲ ਕਰਾਂਗੇ ਕਾਉਂਸਲ ਆਫ ਸਾਇੰਟਿਫਿਕ ਐਂਡ ਇੰਡਸਟਰੀਅਲ ਰਿਸਰਚ। ਇਹ ਜਿਹੜੀ ਨਵੀਂ ਭਰਤੀ ਹੈ ਦੋਸਤੋ CSIR ਦੀ, ਇਸ ਵੈਕੈਂਸੀ ਬਾਰੇ ਇਸ ਵੀਡੀਓ ਵਿੱਚ ਗੱਲ ਕਰਾਂਗੇ। ਟੋਟਲ ਜਿਹੜੀ ਵੈਕੈਂਸੀ ਹੈ ਦੋਸਤੋ, ਨੰਬਰ ਆਫ ਵੈਕੈਂਸੀਜ਼ ਉਹ ਹੈ 444 ਤੇ ਇਹਦੇ ਵਿੱਚ ਜਿਹੜੀਆਂ ਟਾਈਪਸ ਆਫ ਪੋਸਟਾਂ ਨੇ, ਦੋ ਟਾਈਪ ਦੀਆਂ ਪੋਸਟਾਂ ਨੇ। ਠੀਕ ਹੈ, ਪਹਿਲੀ ਪੋਸਟ ਹੈਗੀ ਸੈਕਸ਼ਨ ਆਫੀਸਰ ਦੀ ਤੇ ਜਿਹੜੀ ਸੈਕਿੰਡ ਪੋਸਟ ਹੈਗੀ ਉਹ ਹੈਗੀ ਅਸਿਸਟੈਂਟ ਸੈਕਸ਼ਨ ਆਫੀਸਰ ਦੀ। ਯਾਨੀ ਕਿ SO ਤੇ ASO ਦੀਆਂ ਜਿਹੜੀਆਂ ਪੋਸਟਾਂ ਨੇ, ਠੀਕ ਹੈ, ਦੋ ਟਾਈਪ ਦੀਆਂ ਪੋਸਟਾਂ ਨੇ। ਉਹਦੇ ਵਿੱਚ ਟੋਟਲ ਜਿਹੜੀ ਨੰਬਰ ਆਫ ਵੈਕੈਂਸੀਜ਼ ਹੈ ਉਹ ਹੈਗੀ 444। ਇਹ ਜਿਹੜੀ ਵੈਕੈਂਸੀ ਹੈ ਦੋਸਤੋ, ਇਹ ਇੱਕ ਗਰੁੱਪ B ਲੈਵਲ ਦੀ ਵੈਕੈਂਸੀ ਹੈ, ਜਿਹੜੀ ਕਿ ਆਫੀਸਰ ਲੈਵਲ ਦੀ ਵੈਕੈਂਸੀ ਹੈ। ਸਭ ਤੋਂ ਪਹਿਲਾਂ ਆਪਾਂ ਦੇਖ ਲੈਂਦੇ ਹਾਂ ਫਾਰਮ ਭਰ ਦੀ ਤਰੀਕ। ਠੀਕ ਹੈ, 8 ਦਸੰਬਰ 2023 ਤੋਂ ਲੈ ਕੇ 12 ਜਨਵਰੀ 2024 ਤੱਕ ਇਹ ਜਿਹੜੇ ਫਾਰਮ ਹੈ ਉਹ ਫਿਲ ਹੋਣਗੇ ਤੇ ਫੀਸ ਭਰਨ ਦੀ ਜਿਹੜੀ ਲਾਸਟ ਤਰੀਕ ਹੋਏਗੀ ਉਹ ਹੈਗੀ 14 ਜਨਵਰੀ 2024। ਇਹਦਾ ਜਿਹੜਾ ਸਟੇਜ 1 ਜਿਹੜੀ ਐਗਜ਼ਾਮੀਨੇਸ਼ਨ ਹੈਗੀ, ਪੇਪਰ ਫਸਟ ਹੋਏਗਾ ਜਿਹੜਾ, ਉਹ ਹੋਏਗਾ ਫਰਵਰੀ 2024 ਦੇ ਵਿੱਚ, ਤੇ ਸਟੇਜ ਸੈਕਿੰਡ ਹੈ ਉਹ ਬਾਅਦ ਦੇ ਵਿੱਚ ਨੋਟੀਫਾਈਡ ਕੀਤੀ ਜਾਊਗੀ CSIR ਦੀ ਵੈਬਸਾਈਟ ਦੇ ਉੱਤੇ। ਇਸ ਤੋਂ ਬਾਅਦ ਨੈਕਸਟ ਦੇਖਦੇ ਹਾਂ ਆਪਾਂ ਜਿਹੜੀਆਂ ਦੋ ਟਾਈਪ ਦੀਆਂ ਪੋਸਟਾਂ ਨੇ। ਪਹਿਲੀ ਪੋਸਟ ਹੈਗੀ ਸੈਕਸ਼ਨ ਆਫੀਸਰ ਦੀ, ਸੈਕਿੰਡ ਪੋਸਟ ਹੈਗੀ ਅਸਿਸਟੈਂਟ ਸੈਕਸ਼ਨ ਆਫੀਸਰ ਦੀ। ਠੀਕ ਹੈ, ਸੈਕਸ਼ਨ ਆਫੀਸਰ ਸ਼ਾਰਟ ਵਿੱਚ ਹੋ ਜਾਏਗਾ ਆਪਣਾ SO ਤੇ ਜਿਹੜੀ ਅਸਿਸਟੈਂਟ ਸੈਕਸ਼ਨ ਆਫੀਸਰ ਹੈ ਇਹ ਹੋ ਜਾਏਗਾ ਆਪਣਾ ASO। ਸੈਕਸ਼ਨ ਆਫੀਸਰ ਦੇ ਵਿੱਚ ਜਿਹੜੀ ਟੋਟਲ ਨੰਬਰ ਆਫ ਵੈਕੈਂਸੀਜ਼ ਹੈ ਉਹ ਹੈਗੀ 76, ਯਾਨੀ ਕਿ 76 ਜਿਹੜੀਆਂ ਪੋਸਟਾਂ ਨੇ ਉਹ ਹੈਗੀਆਂ ਸੈਕਸ਼ਨ ਆਫੀਸਰ ਦੀਆਂ, ਤੇ ਅਸਿਸਟੈਂਟ ਸੈਕਸ਼ਨ ਆਫੀਸਰ ਦੀਆਂ ਜਿਹੜੀ ਵੈਕੈਂਸੀ ਆ ਉਹ ਹੈਗੀ 368, ਯਾਨੀ ਕਿ 368 ਜਿਹੜੀ ਵੈਕੈਂਸੀ ਹੈ ਉਹ ਹੈਗੀ ASO ਦੀ। ਤੇ ਇਹ ਜਿਹੜੀ ਗਰੁੱਪ B ਲੈਵਲ ਦੀ ਵੈਕੈਂਸੀ ਹੈ ਇਹ ਹੈਗੇ ਲੈਵਲ 8 ਦੀ। ਸੈਕਸ਼ਨ ਆਫੀਸਰ ਹੋ ਜਾਏਗਾ ਲੈਵਲ 8 ਦੇ ਵਿੱਚ ਤੇ ਅਸਿਸਟੈਂਟ ਸੈਕਸ਼ਨ ਆਫੀਸਰ ਹੋ ਜਾਏਗਾ ਆਪਣਾ ਲੈਵਲ 7 ਦੇ ਵਿੱਚ। ਤੇ ਇਸ ਤੋਂ ਬਾਅਦ ਜਿਹੜੀ ਇਹਦੀ ਕੁਆਲੀਫਿਕੇਸ਼ਨ ਹੈ ਦੋਸਤੋ ਉਹ ਹੋਏਗੀ ਆਪਣੀ ਨਾਰਮਲ ਡਿਗਰੀ, ਯੂਨੀਵਰਸਿਟੀ ਡਿਗਰੀ। ਠੀਕ ਹੈ, ਤੇ ਇਹਦੇ ਵਿੱਚ ਵੀ ਕੀ ਹੈ, ASO ਦੇ ਵਿੱਚ ਵੀ ਜਿਹੜੀ ਯੂਨੀਵਰਸਿਟੀ ਡਿਗਰੀ ਉਹ ਮੰਗੀ ਗਈ ਹੈ। ਏਜ ਲਿਮਿਟ ਹੋ ਜਾਏਗੀ ਨੋਟ ਐਕਸੀਡਿੰਗ 33 ਈਅਰ, ਯਾਨੀ ਕਿ ਮੈਕਸਿਮਮ 33 ਸਾਲ ਦੀ ਏਜ ਹੋ ਜਾਏਗੀ ਦੋਨੋਂ ਜਿਹੜੀ ਹੈਗੀ ਪੋਸਟਾਂ, ਦੋਨਾਂ ਪੋਸਟਾਂ ਦੇ ਲਈ। ਇਹ ਕਾਫੀ ਇੰਪੋਰਟੈਂਟ ਵਧੀਆ ਵੈਕੈਂਸੀ ਹੈ ਆਫੀਸਰ ਲੈਵਲ ਦੀ। ਠੀਕ ਹੈ, ਬਾਅਦ ਵਿੱਚ ਇਹਦੇ ਵਿੱਚ ਪੂਰੀ ਡਿਟੇਲ ਵੀ ਦੱਸਦੇ ਆ ਤੁਹਾਨੂੰ ਕਿਹੜੇ ਕਿਹੜੇ ਜਿਹੜੇ ਆਪਣੇ ਹੈਗੀਆਂ ਵੈਕੈਂਸੀਜ਼ ਨੇ। ਸੈਕਸ਼ਨ ਆਫੀਸਰ ਦੀਆਂ ਜਿਹੜੀਆਂ SO ਦੀ ਵੈਕੈਂਸੀਜ਼ ਨੇ, ਠੀਕ ਹੈ, ਉਹਦੇ ਵਿੱਚ ਟੋਟਲ ਆਪਣੀ 76 ਵੈਕੈਂਸੀ ਹੈ। ਠੀਕ ਹੈ, ਟੋਟਲ ਵੈਕੈਂਸੀ ਹੈ 76, ਜਿਹਦੇ ਵਿੱਚੋਂ SC ਦੀਆਂ ਹੈਗੀਆਂ 10 ਪੋਸਟਾਂ, ST ਦੀਆਂ 4, OBC ਦੀਆਂ 19, EWS ਦੀਆਂ 6 ਤੇ UR ਯਾਨੀ ਕਿ ਜਨਰਲ ਕੈਟੇਗਰੀ ਦੀਆਂ 37 ਹੈ। ਹੁਣ SO ਦੇ ਵਿੱਚ ਦੋਸਤੋ ਤਿੰਨ ਟਾਈਪ ਦੀ ਅੱਗੇ ਵੈਕੈਂਸੀ ਹੈਗੀ। ਠੀਕ ਹੈ, SO ਦੇ ਵਿੱਚ ਇੱਕ ਜਨਰਲ ਵੈਕੈਂਸੀ ਹੈਗੀ, ਇੱਕ F&A, ਇਹਦਾ ਮਤਲਬ ਹੈਗਾ F&A ਦਾ ਮਤਲਬ ਫਾਈਨੈਂਸ ਐਂਡ ਅਕਾਊਂਟਸ। ਠੀਕ ਹੈ, ਫਾਈਨੈਂਸ ਐਂਡ ਅਕਾਊਂਟਸ ਦੀ ਵੈਕੈਂਸੀ ਹੈ S&P। S&P ਦਾ ਮਤਲਬ ਹੈਗਾ ਸਟੋਰਸ ਐਂਡ ਪਰਚੇਜ। ਠੀਕ ਹੈ, ਯਾਨੀ ਕਿ ਇੱਕ ਭਰਤੀ ਦੇ ਵਿੱਚ ਅੱਗੇ ਦੋ ਤਿੰਨ ਜਿਹੜੇ ਡਿਪਾਰਟਮੈਂਟ ਨੇ ਉਹ ਵੰਡੇ ਗਏ ਨੇ। ਠੀਕ ਹੈ, ਜਨਰਲ ਡਿਪਾਰਟਮੈਂਟ ਹੋ ਗਿਆ, ਫਾਈਨੈਂਸ ਐਂਡ ਅਕਾਊਂਟਸ ਡਿਪਾਰਟਮੈਂਟ ਹੋ ਗਿਆ ਤੇ ਸਟੋਰ ਐਂਡ ਪਰਚੇਜ ਡਿਪਾਰਟਮੈਂਟ ਹੈ। ਇਹਨਾਂ ਦੀ ਵੈਕੈਂਸੀ ਅਲੱਗ-ਅਲੱਗ ਦੱਸੀ ਗਈ ਹੈ ਤੁਹਾਨੂੰ। ਠੀਕ ਹੈ, ਇਸ ਟੇਬਲ ਦੇ ਵਿੱਚ ਕਿ ਕਿਹੜੇ ਡਿਪਾਰਟਮੈਂਟ ਦੀ SO ਦੇ ਵਿੱਚ ਕਿੰਨੀ ਵੈਕੈਂਸੀ ਹੈ ਕੈਟੇਗਰੀ ਦੇ ਵਾਈਜ਼। ਤੇ ਟੋਟਲ ਜਿਹੜੀ SO ਦੀ ਵੈਕੈਂਸੀ ਹੈ ਉਹ ਹੈਗੀ ਆਪਣੀ 76। ਇਸ ਤੋਂ ਬਾਅਦ ਆਪਾਂ ASO ਦੀ ਗੱਲ ਕਰੀਏ ਤਾਂ ASO ਦੇ ਵਿੱਚ ਜਿਹੜੀ ਟੋਟਲ ਵੈਕੈਂਸੀ ਹੈਗੀ ਦੋਸਤੋ ਉਹ ਹੈਗੀ 368, 368 ਪੋਸਟਾਂ। ਇਹਦੇ ਵਿੱਚ ਵੀ ਇਸੇ ਤਰੀਕੇ ਨਾਲ ਤਿੰਨ ਡਿਪਾਰਟਮੈਂਟ ਵੰਡੇ ਗਏ ਨੇ। ਪਹਿਲਾ ਹੈਗਾ ਜਨਰਲ, ਦੂਸਰਾ ਹੈਗਾ F&A ਯਾਨੀ ਕਿ ਫਾਈਨੈਂਸ ਐਂਡ ਅਕਾਊਂਟਸ ਤੇ ਤੀਸਰਾ ਹੈਗਾ S&P ਯਾਨੀ ਕਿ ਸਟੋਰਸ ਐਂਡ ਪਰਚੇਜ ਡਿਪਾਰਟਮੈਂਟ। ਇਹਨਾਂ ਤਿੰਨਾਂ ਡਿਪਾਰਟਮੈਂਟਾਂ ਦੇ ਵਿੱਚ ਅਲੱਗ-ਅਲੱਗ ਜਿਹੜੀ ਵੈਕੈਂਸੀ ਹੈ ਉਹ ਦੱਸੀ ਗਈ ਹੈ। SC ਦੀਆਂ 54 ਪੋਸਟਾਂ ਨੇ ਟੋਟਲ, ST ਦੀਆਂ 26, OBC 102 ਤੇ EWS ਦੀਆਂ 35 ਤੇ UR ਯਾਨੀ ਕਿ ਜਨਰਲ ਕੈਟੇਗਰੀ ਦੀਆਂ 151 ਪੋਸਟਾਂ ਨੇ। ਇਹ ਅਲੱਗ-ਅਲੱਗ ਡਿਪਾਰਟਮੈਂਟ ਦੇ ਵਿੱਚ ਦੱਸਿਆ ਗਿਆ ਕਿ ਇਹਦੇ ਵਿੱਚ ਕਿੰਨੀ ਕਿੰਨੀ ਵੈਕੈਂਸੀ ਹੈ। ਟੋਟਲ ਵੈਕੈਂਸੀ ਹੈ ਉਹ ਹੈਗੀ 368 ASO ਦੀ ਵੈਕੈਂਸੀ। ਤੇ ਇਹਦੇ ਵਿੱਚ ਜਿਹੜਾ ਆਪਣਾ ਜਿਹੜੀ ਫਾਰਮ ਫੀਸ ਹੈ ਦੋਸਤੋ ਉਹ ਕਿੰਨੀ ਲੱਗਣ ਵਾਲੀ ਹੈ। ਐਪਲੀਕੇਸ਼ਨ ਦੀ ਫੀਸ ਉਹ ਲੱਗੇਗੀ 500 ਰੁਪਇਆ ਐਪਲੀਕੇਸ਼ਨ ਫੀਸ ਹੋਏਗੀ। ਠੀਕ ਹੈ, 500 ਰੁਪਇਆ ਹੋਏਗੀ UR ਦੇ ਕੈਂਡੀਡੇਟ ਆ ਉਹਨਾਂ ਦੇ ਲਈ। ਠੀਕ ਹੈ, ਉਸ ਤੋਂ ਬਾਅਦ ਜਿਹੜੇ OBC ਕੈਂਡੀਡੇਟ ਆ ਉਹਨਾਂ ਦੇ ਲਈ ਤੇ EWS ਦੇ ਕੈਂਡੀਡੇਟ ਦੇ ਲਈ। ਇਹ ਤਿੰਨੋਂ ਕੈਟੇਗਰੀ ਦੇ ਲਈ ਆਪਣੇ 500 ਰੁਪਇਆ ਜਿਹੜਾ ਫੀਸ ਹੈ ਉਹ ਚਾਰਜ ਹੋਊਗਾ।
ਠੀਕ ਹੈ। ਇਸ ਤੋਂ ਇਲਾਵਾ ਜੇ ਕੋਈ ਵੀ ਕੈਟੇਗਰੀ ਹੈ ਤਾਂ ਉਸ ਦਾ ਨਿਲ ਹੋਏਗਾ, ਯਾਨੀ ਕਿ ਕੋਈ ਵੀ ਫੀਸ ਦਾ ਜਿਹੜੇ ਐਪਲੀਕੇਸ਼ਨ ਫੀਸ ਹੈ ਉਹ ਨਹੀਂ ਲੱਗੇਗੀ, ਫਾਰਮ ਭਰਨ ਦੀ ਕੋਈ ਫੀਸ ਨਹੀਂ ਲੱਗੇਗੀ। ਯਾਨੀ ਕਿ ਕੋਈ ਵੀ ਵੂਮਨ ਹੈ, SC ਹੈ, ST ਹੈ, PWBD ਕੈਂਡੀਡੇਟ ਹੈ, ਜਾਂ ਐਕਸ ਸਰਵਿਸਮੈਨ ਹੈ, ਜਾਂ CSIR ਦਾ ਕੋਈ ਵੀ ਡਿਪਾਰਟਮੈਂਟਲ ਕੈਂਡੀਡੇਟ ਹੈਗਾ ਉਹਨਾਂ ਦੇ ਡਿਪਾਰਟਮੈਂਟ ਦਾ ਹੀ, ਤਾਂ ਉਹਨਾਂ ਦੀ ਕੋਈ ਵੀ ਫੀਸ ਨਹੀਂ ਲੱਗੇਗੀ। ਉਸ ਤੋਂ ਇਲਾਵਾ ਕੋਈ ਵੀ ਕੈਟੇਗਰੀ ਹੈ ਤਾਂ ਉਸਦੀ 500 ਰੁਪਏ ਜਿਹੜੀ ਫੀਸ ਹੈ ਉਹ ਚਾਰਜ ਕੀਤੀ ਜਾਊਗੀ। ਇਸ ਤੋਂ ਬਾਅਦ ਆਪਾਂ ਅੱਗੇ ਗੱਲ ਕਰੀਏ ਰਿਲੈਕਸੇਸ਼ਨ ਇਨ ਦਾ ਅਪਰ ਏਜ ਲਿਮਿਟ। ਅਪਰ ਏਜ ਦੇ ਵਿੱਚ ਜਿਹੜੀ ਰਿਲੈਕਸੇਸ਼ਨ ਹੈ, ਠੀਕ ਹੈ, ਉਹ ਕਿੰਨੀ ਕਿੰਨੀ ਦਿੱਤੀ ਗਈ ਹੈ। ਉਹ ਜਿਹੜੀ ਸੈਂਟਰ ਗਵਰਨਮੈਂਟ ਦੀ ਵੈਕੈਂਸੀ ਜਿਹਦੇ ਵਿੱਚ ਹੁੰਦੀ ਹੈ, ਜਿਵੇਂ ਕਿ SC ST ਦੇ ਲਈ 5 ਸਾਲ ਦੀ ਛੂਟ ਹੁੰਦੀ ਹੈ, ਠੀਕ ਹੈ, ਜਿਸ ਦੀ ਮੈਕਸਿਮਮ ਏਜ ਅਗਰ ਜ਼ਿਆਦਾ ਹੈ 33 ਤੋਂ, ਤਾਂ ਉਸਨੂੰ SC ST ਦੇ ਵਿੱਚ 5 ਸਾਲ ਦੀ ਛੂਟ ਹੋਏਗੀ, OBC ਦੇ ਵਿੱਚ 3 ਸਾਲ ਦੀ, ਠੀਕ ਹੈ। PWBD ਅਨਰਿਜ਼ਰਵ ਕੈਂਡੀਡੇਟ ਦੇ ਲਈ 10 ਈਅਰ, SC ST 15 ਸਾਲ, ਤੇ OBC ਦੇ ਲਈ PWD ਕੈਂਡੀਡੇਟ ਦੇ ਲਈ 13 ਈਅਰ, ਠੀਕ ਹੈ। ਇਸ ਤਰੀਕੇ ਨਾਲ ਇਹ ਸਾਰੀ ਏਜ ਹੋਏਗੀ। ਐਕਸ ਸਰਵਿਸਮੈਨ ਕੈਂਡੀਡੇਟ ਨੂੰ ਹੋਏਗੀ 3 ਈਅਰ ਆਫਟਰ ਰਿਡਕਸ਼ਨ ਆਫ ਦਾ ਐਕਚੁਅਲ ਮਿਲਟਰੀ ਸਰਵਿਸਿਜ਼, ਠੀਕ ਹੈ। ਤੇ ਇਸ ਤੋਂ ਬਾਅਦ ਜਿਹੜੇ ਡਿਪਾਰਟਮੈਂਟਲ ਕੈਂਡੀਡੇਟ ਆ ਉਹਨਾਂ ਦੇ ਲਈ 5 ਸਾਲ ਦੀ ਅਲੱਗ ਤੋਂ ਛੂਟ ਹੋਏਗੀ, ਠੀਕ ਹੈ। ਤੇ ਇਸ ਤੋਂ ਇਲਾਵਾ ਕੋਈ ਵੀ ਅਦਰ ਕੈਟੇਗਰੀ ਹੈ ਤਾਂ ਉਹਦੇ ਲਈ ਨੋ ਏਜ ਰਿਲੈਕਸੇਸ਼ਨ, ਯਾਨੀ ਕਿ ਕਿਸੇ ਵੀ ਤਰੀਕੇ ਦਾ ਰਿਲੈਕਸੇਸ਼ਨ ਏਜ ਦੇ ਵਿੱਚ ਨਹੀਂ ਹੋਏਗਾ। ਇਸ ਤੋਂ ਬਾਅਦ ਨੈਕਸਟ ਆਪਾਂ ਸਿਲੇਬਸ ਦੀ ਗੱਲ ਕਰੀਏ ਤਾਂ ਜਿਹੜਾ ਸਿਲੇਬਸ ਹੈ ਉਹ ਕਿਸ ਤਰੀਕੇ ਨਾਲ ਹੋਏਗਾ ਇਹਦਾ, ਠੀਕ ਹੈ, ਪੂਰਾ ਡਿਟੇਲ ਵਿੱਚ ਤੁਹਾਨੂੰ ਦੱਸਾਂਗੇ ਕਿ ਕਿਹੜਾ ਕਿਹੜਾ ਸਿਲੇਬਸ ਹੈ। ਤਾਂ ਇਹਦੇ ਵਿੱਚ ਜਿਹੜੇ ਪੇਪਰਸ ਹੋਣੇ ਨੇ ਦੋਸਤੋ, ਉਹ 3 ਟਾਈਪਸ ਦੇ ਐਗਜ਼ਾਮ ਹੋਣੇ ਨੇ। ਪੇਪਰ ਫਸਟ ਹੋਏਗਾ, ਪੇਪਰ ਸੈਕਿੰਡ ਹੋਏਗਾ, ਪੇਪਰ ਥਰਡ ਹੋਏਗਾ, ਤੇ ਫੋਰਥ ਇੰਟਰਵਿਊ ਤੇ CPT ਹੋਏਗਾ, ਠੀਕ ਹੈ। ਹੁਣ ਇਹ ਜਿਹੜੀਆਂ 2 ਟਾਈਪ ਦੀਆਂ ਪੋਸਟਾਂ ਨੇ, ਇੱਕ ਤਾਂ ਸੈਕਸ਼ਨ ਆਫੀਸਰ ਦੀ ਜਿਹਨੂੰ ਆਪਾਂ SO ਬੋਲਦੇ ਹਾਂ, ਠੀਕ ਹੈ, SO ਬੋਲਦੇ ਹਾਂ, ਤੇ ਇੱਕ ਹੈਗੀ ਅਸਿਸਟੈਂਟ ਸੈਕਸ਼ਨ ਆਫੀਸਰ ਜਿਸ ਨੂੰ ਆਪਾਂ ASO ਬੋਲਦੇ ਹਾਂ। ਤਾਂ ਇਹਨਾਂ ਦੋਨਾਂ ਦੇ ਲਈ ਕੀ ਕੀ ਜਿਹੜਾ ਸਿਲੇਬਸ ਆ ਉਹ ਕਿਸ ਤਰੀਕੇ ਨਾਲ ਰਹਿਣ ਵਾਲਾ ਉਹ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ। ਤਾਂ ਸਭ ਤੋਂ ਪਹਿਲਾਂ ਦੋਸਤੋ ਕੀ ਹੋਏਗਾ ਕਿ ਤੁਹਾਡਾ ਜਿਹੜਾ ਪੇਪਰ ਫਸਟ ਹੋਏਗਾ, ਠੀਕ ਹੈ, ਪੇਪਰ ਫਸਟ ਦੇ ਵਿੱਚ ਜਨਰਲ ਅਵੇਅਰਨੈਸ ਐਂਡ ਇੰਗਲਿਸ਼ ਲੈਂਗੁਏਜ ਐਂਡ ਕੰਪਰੀਹੈਂਸਿਵ ਇਹ ਪਾਰਟ ਹੋਏਗਾ। ਇਹਦੇ ਵਿੱਚ ਜਿਹੜੇ ਕੁਐਸਚਨ ਹੋਣਗੇ ਜਨਰਲ ਅਵੇਅਰਨੈਸ ਦੇ, ਉਹ ਹੋਣਗੇ 100 ਆਬਜੈਕਟਿਵ ਟਾਈਪ ਕੁਐਸਚਨਸ ਆਫ 1 ਮਾਰਕ ਈਚ। ਹਰੇਕ ਪ੍ਰਸ਼ਨ ਤੁਹਾਡਾ 1 ਨੰਬਰ ਦਾ ਹੋਏਗਾ। ਟੋਟਲ 100 ਪ੍ਰਸ਼ਨ ਹੋਣਗੇ ਜਨਰਲ ਅਵੇਅਰਨੈਸ ਦੇ, ਜਿਹਦੇ ਵਿੱਚ ਨੈਗੇਟਿਵ ਮਾਰਕਿੰਗ ਹੋਏਗੀ 0.33 ਮਾਰਕਸ ਫॉर ਐਵਰੀ ਰੋਂਗ ਆਨਸਰ, ਯਾਨੀ ਕਿ ਹਰੇਕ ਗਲਤ ਪ੍ਰਸ਼ਨ ਦੇ ਲਈ 1/3 ਮਾਰਕਸ ਤੁਹਾਡੇ ਕੱਟੇ ਜਾਣਗੇ, ਠੀਕ ਹੈ। ਯਾਨੀ ਕਿ 1/3 ਦੀ ਨੈਗੇਟਿਵ ਮਾਰਕਿੰਗ ਹੋਏਗੀ, 0.33 ਮਾਰਕਸ ਹਰ ਇੱਕ ਪ੍ਰਸ਼ਨ ਦੇ ਲਈ ਮਾਈਨਸ ਕੀਤਾ ਜਾਊਗਾ। ਇਸ ਤੋਂ ਬਾਅਦ ਨੈਕਸਟ ਹੈਗਾ ਇੰਗਲਿਸ਼ ਲੈਂਗੁਏਜ ਐਂਡ ਕੰਪਰੀਹੈਂਸਿਵ। ਇੰਗਲਿਸ਼ ਲੈਂਗੁਏਜ ਦੇ 50 ਆਬਜੈਕਟਿਵ ਟਾਈਪ MCQ ਕੁਐਸਚਨ ਹੋਣਗੇ, ਜਿਹੜਾ ਕਿ ਹਰੇਕ ਪ੍ਰਸ਼ਨ 1 ਨੰਬਰ ਦਾ ਹੋਏਗਾ, ਤੇ ਇਹਦੇ ਵਿੱਚ ਵੀ ਸੇਮ ਨੈਗੇਟਿਵ ਮਾਰਕਿੰਗ 1/3 ਹੋਏਗੀ। ਟੋਟਲ ਜਿਹੜੇ ਜਨਰਲ ਅਵੇਅਰਨੈਸ ਤੇ ਇੰਗਲਿਸ਼ ਹੈ ਇਹ ਦੋਨੋਂ ਮਿਲ ਕੇ ਹੋ ਜਾਣਗੇ ਤੁਹਾਡੇ 150 ਮਾਰਕਸ ਦੇ, ਤੇ ਇਹਦੇ ਲਈ ਟਾਈਮ ਦਿੱਤਾ ਜਾਊਗਾ 120 ਮਿੰਟ, ਯਾਨੀ ਕਿ 2 ਘੰਟੇ ਦਾ ਸਮਾਂ ਦਿੱਤਾ ਜਾਊਗਾ। ਪੇਪਰ ਫਸਟ ਹੋਏਗਾ ਤੁਹਾਡਾ 2 ਘੰਟੇ ਦਾ 150 ਮਾਰਕਸ ਦਾ, ਜਿਹਦੇ ਵਿੱਚ ਜਨਰਲ ਅਵੇਅਰਨੈਸ ਹੋਗੀ ਤੁਹਾਡੀ 100 ਨੰਬਰਾਂ ਦੀ, ਤੇ 50 ਨੰਬਰਾਂ ਦੀ ਹੋ ਜਾਏਗੀ ਇੰਗਲਿਸ਼। ਇਸ ਤੋਂ ਬਾਅਦ ਜਿਹੜਾ ਸੈਕਿੰਡ ਪੇਪਰ ਹੈ ਉਹ ਹੋਏਗਾ ਤੁਹਾਡਾ ਜਨਰਲ ਇੰਟੈਲੀਜੈਂਸ, ਰੀਜ਼ਨਿੰਗ ਐਂਡ ਮੈਂਟਲ ਐਬਿਲਿਟੀ। ਇਹ ਹੋਏਗਾ ਤੁਹਾਡਾ ਟੋਟਲ 200 ਆਬਜੈਕਟਿਵ ਟਾਈਪ MCQ ਕੁਐਸਚਨ ਹੋਣਗੇ। ਇਹ 200 ਪ੍ਰਸ਼ਨ ਹੋਣਗੇ, ਹਰੇਕ ਪ੍ਰਸ਼ਨ ਤੁਹਾਡਾ 1 ਨੰਬਰ ਦਾ ਹੋਏਗਾ, ਤੇ ਨੈਗੇਟਿਵ ਮਾਰਕਿੰਗ 1/3 ਹੋਏਗੀ। ਪੇਪਰ ਸੈਕਿੰਡ ਵਿੱਚ ਵੀ 1/3 ਨੈਗੇਟਿਵ ਮਾਰਕਿੰਗ ਹੋਏਗੀ, ਤੇ ਮੈਕਸਿਮਮ ਮਾਰਕਸ ਹੋ ਜਾਣਗੇ ਤੁਹਾਡੇ 200। ਤੇ ਇਹਦੇ ਵਿੱਚ ਜਿਹੜਾ ਟਾਈਮ ਹੋਏਗਾ ਉਹ ਹੋਏਗਾ 2.5 ਘੰਟੇ ਦਾ ਸਮਾਂ, ਯਾਨੀ ਕਿ 150 ਮਿੰਟ ਦਾ ਸਮਾਂ ਦਿੱਤਾ ਜਾਏਗਾ। ਇਸ ਤੋਂ ਬਾਅਦ ਪੇਪਰ ਥਰਡ ਹੋਏਗਾ। ਪੇਪਰ ਥਰਡ ਇੰਗਲਿਸ਼ ਜਾਂ ਹਿੰਦੀ, ਠੀਕ ਹੈ। ਇਹ ਡਿਸਕ੍ਰਿਪਟਿਵ ਪੇਪਰ ਰਹੇਗਾ। ਇਹਦੇ ਵਿੱਚ ਤੁਹਾਨੂੰ ਐਸੇ ਰਿਟਨ ਕਰਨਾ ਹੈ, ਪ੍ਰੀਸਾਈਜ਼ ਐਂਡ ਲੈਟਰ ਜਾਂ ਐਪਲੀਕੇਸ਼ਨ ਰਾਈਟਿੰਗ ਹੋਏਗੀ, ਠੀਕ ਹੈ। ਕੋਈ ਐਸੇ ਜਾਂ ਲੈਟਰ ਜਾਂ ਐਪਲੀਕੇਸ਼ਨ ਵਗੈਰਾ ਤੁਸੀਂ ਲਿਖਣੀ ਹੋਏਗੀ। ਇਹ ਹੋਏਗਾ ਤੁਹਾਡਾ 150 ਮਾਰਕਸ ਦਾ, ਠੀਕ ਹੈ। ਇਹਦੇ ਲਈ ਸਮਾਂ ਦਿੱਤਾ ਜਾਏਗਾ 2 ਘੰਟੇ, ਯਾਨੀ ਕਿ 120 ਮਿੰਟ ਦਾ ਸਮਾਂ। ਇਹ ਹੋਗੀ ਪੇਪਰ ਫਸਟ, ਸੈਕਿੰਡ ਤੇ ਪੇਪਰ ਥਰਡ ਦੀ ਗੱਲ। ਇਸ ਤੋਂ ਬਾਅਦ ਇੰਟਰਵਿਊ ਹੈ, ਪਰ ਇੰਟਰਵਿਊ ਹੈਗਾ ਉਹ ਹੈਗਾ ਸਿਰਫ ਸੈਕਸ਼ਨ ਆਫੀਸਰ ਦੇ ਲਈ। ਇਸ ਗੱਲ ਨੂੰ ਧਿਆਨ ਵਿੱਚ ਰੱਖਿਓ। ਜੇ ਤੁਸੀਂ SO ਦੀ ਪੋਸਟ ਖਾਤਰ ਅਪਲਾਈ ਕਰ ਰਹੇ ਹੋ ਸੈਕਸ਼ਨ ਆਫੀਸਰ ਦੀ ਪੋਸਟ ਖਾਤਰ, ਫਿਰ ਤੁਹਾਡਾ ਇੰਟਰਵਿਊ ਹੋਏਗਾ। ਜੇ ਤੁਸੀਂ ASO ਦੀ ਪੋਸਟ ਖਾਤਰ ਅਪਲਾਈ ਕਰ ਰਹੇ ਹੋ, ਮੰਨ ਲਓ ਅਸਿਸਟੈਂਟ ਸੈਕਸ਼ਨ ਆਫੀਸਰ ਖਾਤਰ, ਫਿਰ ਤੁਹਾਡਾ ਇੰਟਰਵਿਊ ਨਹੀਂ ਹੋਏਗਾ, ਠੀਕ ਹੈ। ਫਿਰ ਤੁਹਾਡਾ ਇੰਟਰਵਿਊ ਨਹੀਂ ਹੋਏਗਾ। ਦੇਖੋ ਅੱਗੇ ਆਪਾਂ ਤੁਹਾਨੂੰ ਡਿਟੇਲ ਵਿੱਚ ਦੱਸਦੇ ਹਾਂ ਕਿ ਕੀ ਜਿਹੜਾ ਸਿਲੇਬਸ ਆ ਕਿਸ ਤਰੀਕੇ ਨਾਲ ਇਹ ਪੇਪਰਸ ਤੁਹਾਡੇ ਹੋਣਗੇ। ਇੰਟਰਵਿਊ ਹੋਏਗਾ ਤੁਹਾਡਾ 100 ਮਾਰਕਸ ਦਾ, ਠੀਕ ਹੈ, ਪਰ ਇਹ ਹੋਏਗਾ ਸਿਰਫ ਸੈਕਸ਼ਨ ਆਫੀਸਰ ਦੇ ਲਈ, ਯਾਨੀ ਕਿ SO ਦੀ ਪੋਸਟ ਦੇ ਲਈ। ਇਸ ਤੋਂ ਨੈਕਸਟ ਪਾਰਟ ਹੈਗਾ ਜਿਹੜਾ CPT ਪਾਰਟ। ਇਹ ਹੈਗਾ ਕੰਪਿਊਟਰ ਪ੍ਰੋਫੀਸ਼ੀਐਂਸੀ ਟੈਸਟ, ਜਿਹੜਾ ਕਿ 100 ਮਾਰਕਸ ਦਾ ਹੋਏਗਾ।
ASO ਦੀ ਪੋਸਟ ਦੇ ਲਈ ਅਸਿਸਟੈਂਟ ਸੈਕਸ਼ਨ ਆਫਿਸਰ ਓਨਲੀ, ਠੀਕ ਹੈ। ਇਹਦੇ ਵਿੱਚ ਓਨਲੀ ਲਿਖਿਆ ਮਤਲਬ ਕੱਲਾ ASO ਦੀ ਪੋਸਟ ਖਾਤਰ CPT ਹੋਊਗਾ, ਤੇ CPT ਹੋਊਗਾ ਕੁਆਲੀਫਾਈਂਗ ਇਨ ਨੇਚਰ, ਯਾਨੀ ਕਿ ਇਸ ਦੇ ਨੰਬਰ ਹੈਗੇ ਉਹ ਮੈਰਿਟ ਦੇ ਵਿੱਚ ਐਡ ਨਹੀਂ ਕੀਤੇ ਜਾਣਗੇ, ਸਿਰਫ ਇਸ ਨੂੰ ਕੁਆਲੀਫਾਈ ਕਰਨਾ ਹੋਊਗਾ, ਇਸ ਨੂੰ ਕਲੀਅਰ ਕਰਨਾ ਪਊਗਾ, ਯਾਨੀ ਕਿ ਇਸ ਨੂੰ ਪਾਸ ਕਰਨਾ ਪਊਗਾ। ਹੁਣ ਤੁਸੀਂ ਸਮਝ ਗਏ ਹੋਵੋਗੇ ਕਿ ਤੁਹਾਡੇ ਪੇਪਰ ਫਸਟ, ਪੇਪਰ ਸੈਕਿੰਡ, ਥਰਡ ਹੋਣ ਵਾਲਾ ਹੈ, 3 ਐਗਜ਼ਾਮ ਹੋਣ ਵਾਲੇ ਹੈ। ਉਸ ਤੋਂ ਬਾਅਦ ਇੰਟਰਵਿਊ ਤਾਂ ਸਿਰਫ SO ਦੀ ਪੋਸਟ ਖਾਤਰ ਹੋਊਗਾ, ਠੀਕ ਹੈ। ਇੰਟਰਵਿਊ ਸਿਰਫ SO ਦੀ ਪੋਸਟ ਖਾਤਰ ਹੋਊਗਾ, ਤੇ CPT ਹੋਣ ਵਾਲਾ ਹੈ ਉਹ ਸਿਰਫ ASO ਦੀ ਪੋਸਟ ਖਾਤਰ ਹੋਣ ਵਾਲਾ ਹੈ, ਠੀਕ ਹੈ। ASO ਖਾਤਰ ਤੁਹਾਡਾ CPT ਹੋਏਗਾ। 3 ਪੇਪਰ ਤੋਂ ਬਾਅਦ SO ਦੀ ਜੇ ਤੁਸੀਂ SO ਖਾਤਰ ਅਪਲਾਈ ਕਰਦੇ ਹੋ ਫਿਰ ਤੁਹਾਡਾ ਇੰਟਰਵਿਊ ਹੋਣਾ 3 ਪੇਪਰਾਂ ਬਾਅਦ, ਤੇ ਜੇ ਤੁਸੀਂ ASO ਖਾਤਰ ਅਪਲਾਈ ਕਰੋਗੇ ਫਿਰ ਤੁਹਾਡਾ CPT ਹੋਏਗਾ। ਯਾਨੀ ਕਿ ਅਲੱਗ-ਅਲੱਗ ਹੋਣਗੇ, ਇਹ ਦੋਨੋਂ ਨਹੀਂ ਹੋਣਗੇ ਕਿਸੇ ਵੀ ਪੋਸਟ ਖਾਤਰ। ਜੇ ਤੁਸੀਂ ਸੈਕਸ਼ਨ ਆਫਿਸਰ ਅਪਲਾਈ ਕੀਤਾ ਫਿਰ ਤੁਹਾਡਾ ਇੰਟਰਵਿਊ ਹੋਣਾ 3 ਪੇਪਰਾਂ ਬਾਅਦ, ਜੇ ਤੁਸੀਂ ASO ਦੇ ਖਾਤਰ ਅਪਲਾਈ ਕੀਤਾ ਅਸਿਸਟੈਂਟ ਸੈਕਸ਼ਨ ਆਫਿਸਰ ਖਾਤਰ, ਫਿਰ ਤੁਹਾਡਾ ਇਕੱਲਾ CPT ਹੋਏਗਾ, ਠੀਕ ਹੈ। ਇਹ ਦੋਨੋਂ 100 ਮਾਰਕਸ ਦੇ ਹੈਗੇ, ਠੀਕ ਹੈ। ਇਹ ਦੋਨੋਂ ਉਸ ਪੋਸਟ ਦੇ ਹਿਸਾਬ ਨਾਲ ਹੋਣਗੇ ਜਿਹੜਾ ਤੁਸੀਂ ਅਪਲਾਈ ਕਰੋਗੇ। ਇਸ ਤੋਂ ਬਾਅਦ ਨੈਕਸਟ ਜਿਹੜੇ ਹੈਗੇ ਦੇਖੋ ਦੋਸਤੋ ਕੀ ਲਿਖਿਆ ਗਿਆ, ਪੇਪਰ ਫਸਟ, ਪੇਪਰ ਸੈਕਿੰਡ ਤੇ ਪੇਪਰ ਥਰਡ ਵਿਲ ਬੀ ਕਾਮਨ ਐਂਡ ਕੰਪਲਸਰੀ ਫॉर ਆਲ ਦਾ ਪੋਸਟ। ਯਾਨੀ ਕਿ ਚਾਹੇ ਤੁਸੀਂ SO ਭਰਦੇ ਹੋ, ਚਾਹੇ ਤੁਸੀਂ ASO ਦਾ ਫਾਰਮ ਭਰਦੇ ਹੋ, ਤੁਹਾਡਾ ਜਿਹੜਾ ਪੇਪਰ ਫਸਟ, ਸੈਕਿੰਡ ਤੇ ਥਰਡ ਹੈ ਇਹ ਤਾਂ ਹੋਏਗਾ ਹੀ ਹੋਏਗਾ। ਯਾਨੀ ਕਿ ਪੇਪਰ ਫਸਟ ਵੀ ਹੋਣਾ ਹੈ, ਸੈਕਿੰਡ ਵੀ ਹੋਣਾ ਤੇ ਪੇਪਰ ਥਰਡ ਵੀ ਹੋਣਾ। ਇਹ 3 ਚੀਜ਼ਾਂ ਤਾਂ ਤੁਹਾਡੀਆਂ ਹੋਣਗੀਆਂ ਹੀ ਹੋਣਗੀਆਂ। ਉਸ ਤੋਂ ਬਾਅਦ ਨੈਕਸਟ ਲਾਈਨ ਕੀ ਲਿਖਿਆ, ਆਲ ਦਾ ਪੇਪਰਸ ਵਿਲ ਬੀ ਬਾਇਲੈਂਗੁਅਲ, ਯਾਨੀ ਕਿ ਇੰਗਲਿਸ਼ ਤੇ ਹਿੰਦੀ ਵਿੱਚ ਹੋਣਗੇ ਸਾਰੇ ਪੇਪਰ, ਸਿਰਫ ਇੰਗਲਿਸ਼ ਵਾਲੇ ਪਾਰਟ ਨੂੰ ਛੱਡ ਕੇ, ਜੋ ਕਿ ਇੰਗਲਿਸ਼ ਲੈਂਗੁਏਜ ਦਾ ਪਾਰਟ ਹੋਏਗਾ ਉਹ ਇਕੱਲਾ ਇੰਗਲਿਸ਼ ਵਿੱਚ ਹੀ ਹੋਏਗਾ, ਠੀਕ ਹੈ। ਅੱਗੇ ਲਿਖਿਆ ਗਿਆ ਦੋਸਤੋ, ਮਿਨੀਮਮ ਥ੍ਰੈਸ਼ਹੋਲਡ ਮਾਰਕਸ ਵੇਅਰਐਵਰ ਪ੍ਰਿਸਕ੍ਰਾਈਬਡ ਜਾਂ ਰਿਕੁਆਇਰਡ ਵਿਚ ਇਜ਼ ਡਿਸਾਈਡਿੰਗ ਬਾਈ ਦਾ ਕੰਪੀਟੀਟਿਵ ਅਥਾਰਟੀ। ਯਾਨੀ ਕਿ ਜਿਹੜੀ ਵੀ ਉਹ ਅਥਾਰਟੀ ਹੈ ਜਿਹੜੇ ਐਗਜ਼ਾਮ ਲੈਣਗੇ, ਠੀਕ ਹੈ, ਉਹਨਾਂ ਤੇ ਡਿਪੈਂਡ ਕਰਦਾ ਹੈ ਕਿ ਉਹ ਮਿਨੀਮਮ ਮਾਰਕਸ ਕਿੰਨਾ ਰੱਖਣ, ਠੀਕ ਹੈ। ਨਾਰਮਲੀ ਦੇਖੋ ਤੁਹਾਨੂੰ ਦੱਸ ਦਿੰਦੇ ਕਿ ਜਿਹੜੇ ਮਿਨੀਮਮ ਮਾਰਕਸ ਆ ਉਹ ਕਿੰਨੇ ਰੱਖੇ ਜਾਂਦੇ ਆ। ਜਿਹੜੇ ਸੈਂਟਰਲ ਗੌਰਮੈਂਟ ਦੀ ਮੋਸਟਲੀ ਵੈਕੈਂਸੀਆਂ ਆਉਂਦੀਆਂ, ਜੇ 100 ਵਿੱਚੋਂ ਜ਼ਿਆਦਾਤਰ ਮਿਨੀਮਮ ਮਾਰਕਸ 30 ਵੀ ਰੱਖ ਲਿੱਤੇ ਜਾਂਦੇ ਆ, ਠੀਕ ਹੈ, 100 ਦੇ ਬੇਸ ਤੇ, ਯਾਨੀ ਕਿ 30% ਵੀ ਰੱਖ ਲੈਂਦੇ ਆ। ਕਈ ਵਾਰੀ ਕੁਝ ਵੈਕੈਂਸੀ ਵਿੱਚ 33% ਵੀ ਹੁੰਦੇ ਆ, ਕੁਝ ਵੈਕੈਂਸੀ ਵਿੱਚ 36% ਵੀ ਹੁੰਦੇ ਆ, ਤੇ ਕੁਝ ਭਰਤੀਆਂ ਵਿੱਚ 40% ਵੀ ਹੁੰਦੇ ਆ। ਸੋ ਮੈਕਸਿਮਮ ਜ਼ਿਆਦਾਤਰ 40 ਤੱਕ ਹੀ ਰੱਖਦੇ ਆ, ਠੀਕ ਹੈ। 30 ਤੋਂ ਲੈ ਕੇ 40 ਦੇ ਵਿੱਚ ਹੀ ਜਿਹੜੇ ਮਿਨੀਮਮ ਮਾਰਕਸ ਹੈ ਉਹ ਜ਼ਿਆਦਾਤਰ ਰੱਖੇ ਜਾਂਦੇ ਆ। ਇੱਕ ਤੁਹਾਨੂੰ ਆਈਡੀਆ ਦੇ ਰਿਹਾ, ਬਾਕੀ ਉਹ ਡਿਪੈਂਡ ਕਰੇਗਾ ਕਿ ਉਹ ਬਾਅਦ ਵਿੱਚ ਇਸ ਚੀਜ਼ ਨੂੰ ਇੰਸਟਰਕਸ਼ਨ ਵਿੱਚ ਦੱਸਣਗੇ ਕਿ ਕਿੰਨੇ ਉਹਨਾਂ ਦੇ, ਜਾਂ ਪੂਰੀ ਡਿਟੇਲ ਵਿੱਚ ਦੱਸਣਗੇ ਕਿ ਕਿੰਨੇ ਜਿਹੜੇ ਉਹ ਮਿਨੀਮਮ ਮਾਰਕਸ ਰੱਖਦੇ ਆ। ਸੋ ਇਹ ਮਿਨੀਮਮ ਮਾਰਕਸ ਦਾ ਮਤਲਬ ਹੋਏਗਾ ਵੀ ਜਿਵੇਂ ਮੰਨ ਲਓ ਤੁਹਾਡਾ ਪੇਪਰ ਫਸਟ ਹੋ ਰਿਹਾ 150 ਮਾਰਕਸ ਦਾ, ਠੀਕ ਹੈ, ਤਾਂ 150 ਵਿੱਚੋਂ ਤੁਹਾਨੂੰ ਮਿਨੀਮਮ ਜੇ 30% ਮੰਨ ਲਓ ਉਹਨਾਂ ਨੇ ਰੱਖਤਾ ਕਿ 30% ਦਾ ਇੱਕ ਕ੍ਰਾਈਟੇਰੀਆ ਰੱਖਿਆ ਕਿ 30% ਮਾਰਕਸ ਤੁਹਾਨੂੰ ਮਿਨੀਮਮ ਚਾਹੀਦੇ ਹੈ, ਤਾਂ ਤੁਹਾਡੇ ਇਹਦਾ ਮਤਲਬ ਕਿੰਨਾ ਹੋ ਜਾਏਗਾ, ਇਸਦਾ 30% ਹੋ ਜਾਏਗਾ ਤੁਹਾਡਾ 45 ਨੰਬਰ, ਠੀਕ ਹੈ। ਤਾਂ 45 ਨੰਬਰ ਜਿਹੜੇ ਮਿਨੀਮਮ ਹੈਗੇ ਉਹ ਤੁਹਾਡੇ ਆਉਣੇ ਚਾਹੀਦੇ ਨੇ, ਠੀਕ ਹੈ। ਜੇ 45 ਵੀ ਨਹੀਂ ਆਉਂਦੇ, ਠੀਕ ਹੈ, ਫਿਰ ਤੁਸੀਂ ਉਸ ਤੋਂ ਜਿਹੜੇ ਕਲੀਅਰ ਨਹੀਂ ਹੋਏਗੀ ਤੁਹਾਡੀ ਕੱਟ ਆਫ ਹੈ ਜਿਹੜੀ, ਤੁਸੀਂ ਉਹਦੇ ਵਿੱਚੋਂ ਡਿਸਕੁਆਲੀਫਾਈ ਹੋ ਜਾਓਗੇ, ਠੀਕ ਹੈ। ਇਸੇ ਤਰੀਕੇ ਨਾਲ ਜੇ ਉਹਨਾਂ ਨੇ 30% ਰੱਖਿਆ ਜਾਂ 40 ਜਾਂ ਜੋ ਵੀ ਉਹਨਾਂ ਦਾ ਕ੍ਰਾਈਟੇਰੀਆ ਹੋਏਗਾ, ਉਸ ਦੇ ਅਕੋਰਡਿੰਗ ਉਹਨੇ ਮਿਨੀਮਮ ਮਾਰਕਸ ਤੁਹਾਡੇ ਹਰ ਇੱਕ ਪੇਪਰ ਦੇ ਵਿੱਚ ਆਉਣੇ ਚਾਹੀਦੇ ਨੇ। ਇਸ ਤੋਂ ਬਾਅਦ ਨੈਕਸਟ ਦੇਖਦੇ ਹਾਂ ਦੋਸਤੋ, ਜਿਹੜਾ SO ਦੀ ਵੈਕੈਂਸੀ ਹੈਗੀ, ਠੀਕ ਹੈ, ਸੈਕਸ਼ਨ ਆਫਿਸਰ ਦੀ, ਇਸ ਪੋਸਟ ਖਾਤਰ ਕੈਂਡੀਡੇਟ ਹੂ ਸਿਕਿਉਰ ਮਿਨੀਮਮ ਥ੍ਰੈਸ਼ਹੋਲਡ ਮਾਰਕ ਇਨ ਐਗਰੀਗੇਟ ਆਊਟ ਆਫ 350 ਮਾਰਕਸ। SO ਖਾਤਰ ਜੇ ਤੁਸੀਂ ਅਪਲਾਈ ਕਰਦੇ ਹੋ ਤਾਂ ਤੁਹਾਡੇ 350 ਮਾਰਕਸ ਹੋਣਗੇ, ਠੀਕ ਹੈ। 350 ਮਾਰਕਸ ਹੋਣਗੇ ਪੇਪਰ ਫਸਟ ਐਂਡ ਪੇਪਰ ਸੈਕਿੰਡ ਵਿਲ ਬੀ ਕਾਲਡ ਫॉर ਪੇਪਰ ਥਰਡ ਡਿਸਕ੍ਰਿਪਟਿਵ ਪੇਪਰ। ਯਾਨੀ ਕਿ SO ਦੇ ਖਾਤਰ ਜੇ ਤੁਸੀਂ ਅਪਲਾਈ ਕੀਤਾ ਪਹਿਲਾਂ ਤੁਹਾਡਾ ਪੇਪਰ ਫਸਟ ਹੋਏਗਾ, ਸੈਕਿੰਡ ਹੋਏਗਾ, ਠੀਕ ਹੈ। ਉਸ ਤੋਂ ਬਾਅਦ ਜਿਹੜਾ ਪੇਪਰ ਥਰਡ ਹੈ ਉਹ ਡਿਪੈਂਡ ਕਰੇਗਾ ਕਿ ਪੇਪਰ ਫਸਟ ਤੇ ਸੈਕਿੰਡ ਜਿਹੜੇ 200 ਪਲੱਸ 150 ਯਾਨੀ ਕਿ 350 ਨੰਬਰਾਂ ਦੇ ਵਿੱਚੋਂ ਤੁਹਾਡੇ ਕਿੰਨੇ ਨੰਬਰ ਆਉਂਦੇ ਨੇ, ਠੀਕ ਹੈ, ਉਹ ਉਹਨਾਂ ਦੇ ਜਿਹੜੇ ਤੁਹਾਡੇ ਮਾਰਕਸ ਹੋਣਗੇ ਉਹ ਤੁਹਾਡੇ ਮੈਰਿਟ ਦੇ ਹਿਸਾਬ ਨਾਲ ਜਿਹੜੇ ਹੋਣਗੇ ਕਿ ਕੱਟ ਆਫ ਦੇ ਹਿਸਾਬ ਨਾਲ ਜੇ ਤੁਸੀਂ ਕਲੀਅਰ ਕਰਦੇ ਹੋ ਤਾਂ ਤੁਹਾਨੂੰ ਪੇਪਰ ਥਰਡ ਦੇ ਲਈ ਬੁਲਾਇਆ ਜਾਏਗਾ। ਯਾਨੀ ਕਿ ਤੁਹਾਡੇ ਇਹ ਤਿੰਨੇ ਇਕੱਠੇ ਨਹੀਂ ਹੋਣਗੇ, ਪੇਪਰ ਫਸਟ, ਸੈਕਿੰਡ, ਥਰਡ, ਯਾਨੀ ਕਿ ਫਸਟ ਤੇ ਸੈਕਿੰਡ ਤਾਂ ਹੋ ਸਕਦਾ ਇਕੱਠੇ ਹੋਣ, ਪਰ ਥਰਡ ਨਹੀਂ ਹੋਏਗਾ। ਡਿਸਕ੍ਰਿਪਟਿਵ ਅਲੱਗ ਤੋਂ ਹੋਏਗਾ। ਡਿਸਕ੍ਰਿਪਟਿਵ ਪੇਪਰ ਖਾਤਰ ਤੁਹਾਨੂੰ ਫਸਟ ਤੇ ਸੈਕਿੰਡ ਪੇਪਰ ਜਿਹੜਾ ਹੈ ਉਹ ਕਲੀਅਰ ਕਰਨਾ ਪਏਗਾ। ਇਸ ਤੋਂ ਬਾਅਦ ਸੈਕਿੰਡ ਪੁਆਇੰਟ ਹੈਗਾ, ਕੈਂਡੀਡੇਟ ਹੂ ਸਿਕਿਉਰ ਦਾ ਮਿਨੀਮਮ ਥ੍ਰੈਸ਼ਹੋਲਡ ਮਾਰਕਸ ਇਨ ਪੇਪਰ ਫਸਟ, ਸੈਕਿੰਡ ਐਂਡ ਥਰਡ in aggregate out of 500 marks will be called for interview. Interview carries 100 marks. ਇੰਟਰਵਿਊ ਹੋਏਗਾ ਤੁਹਾਡਾ 100 ਨੰਬਰ ਦਾ, ਠੀਕ ਹੈ। ਜੇ ਤੁਸੀਂ ਫਸਟ ਤੇ ਸੈਕਿੰਡ ਤੇ ਥਰਡ ਪੇਪਰ ਕਲੀਅਰ ਕਰਤਾ, ਉਸ ਤੋਂ ਬਾਅਦ ਤੁਹਾਡਾ ਸੈਕਸ਼ਨ ਆਫਿਸਰ ਦੇ ਲਈ 100 ਮਾਰਕਸ ਦਾ
ਇੰਟਰਵਿਊ ਹੋਏਗਾ। The total marks of for the post of section officer will be 600, ਯਾਨੀ ਕਿ 600 ਨੰਬਰ ਬਣ ਜਾਣਗੇ ਤੁਹਾਡੇ ਸਾਰੇ ਇੰਟਰਵਿਊ ਨੂੰ ਮਿਲਾ ਕੇ। ਠੀਕ ਹੈ, ਜਿਵੇਂ ਕਿ ਤੁਹਾਡਾ ਦੇਖ ਲਓ ਇੱਥੇ 600 ਨੰਬਰ ਕਿਸ ਤਰੀਕੇ ਨਾਲ ਬਣਨਗੇ। ਪੇਪਰ ਫਸਟ ਤੁਹਾਡਾ ਹੈਗਾ 150 ਦਾ, ਪੇਪਰ ਫਸਟ ਹੋ ਜਾਏਗਾ ਤੁਹਾਡਾ 150 ਨੰਬਰ ਦਾ। ਉਸ ਤੋਂ ਬਾਅਦ ਜਿਹੜਾ ਪੇਪਰ ਸੈਕਿੰਡ ਹੈ ਉਹ ਹੋ ਜਾਏਗਾ ਤੁਹਾਡਾ 200 ਨੰਬਰ ਦਾ। ਫਿਰ ਆਏਗਾ ਤੁਹਾਡਾ ਪੇਪਰ ਥਰਡ। ਠੀਕ ਹੈ, ਤਾਂ ਪੇਪਰ ਥਰਡ ਤੁਹਾਡਾ ਕਿੰਨੇ ਦਾ ਹੈ, 150 ਮਾਰਕਸ ਦਾ ਹੈ। ਥਰਡ ਵੀ ਤੁਹਾਡਾ 150 ਦਾ ਹੋ ਜਾਏਗਾ। ਤੇ ਇੰਟਰਵਿਊ ਹੈਗਾ ਜਿਹੜਾ ਤੁਹਾਡਾ, ਠੀਕ ਹੈ, ਉਹ ਕਿੰਨੇ ਦਾ ਹੋ ਜਾਏਗਾ, ਉਹ ਹੋ ਜਾਏਗਾ 100 ਮਾਰਕਸ ਦਾ। ਤਾਂ ਇਹ ਸਾਰਾ ਟੋਟਲ ਤੁਹਾਡਾ ਕਿੰਨਾ ਹੋ ਜਾਏਗਾ, 600 ਟੋਟਲ ਬਣ ਜਾਏਗਾ। ਤਾਂ ਟੋਟਲ ਤੁਹਾਡਾ 600 ਬਣ ਜਾਏਗਾ ਸੈਕਸ਼ਨ ਆਫੀਸਰ ਦੇ ਲਈ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜਿਹੜਾ ਆਪਣਾ, ਠੀਕ ਹੈ, ਇਸ ਤੋਂ ਬਾਅਦ ਜਿਹੜਾ ਨੈਕਸਟ ਇੰਪੋਰਟੈਂਟ ਪੁਆਇੰਟ ਹੈਗਾ ਉਹ ਹੈਗਾ ਏਐਸਓ ਦੀ ਪੋਸਟ। ਠੀਕ ਹੈ, ਅਸਿਸਟੈਂਟ ਸੈਕਸ਼ਨ ਆਫੀਸਰ ਦੀ। ਇਹਦੇ ਵਿੱਚ ਕੀ ਹੋਏਗਾ ਕਿ ਜਿਹੜਾ ਤੁਹਾਡਾ ਪੇਪਰ ਫਸਟ ਹੈਗਾ, ਠੀਕ ਹੈ, ਉਹ ਹੋਏਗਾ ਤੁਹਾਡਾ 150 ਮਾਰਕਸ ਦਾ। ਸੈਕਿੰਡ ਪੇਪਰ ਤੁਹਾਡਾ 200 ਮਾਰਕਸ ਦਾ, 150 ਫਿਰ 200 ਮਾਰਕਸ। ਉਸ ਤੋਂ ਬਾਅਦ ਪੇਪਰ ਥਰਡ ਹੈਗਾ ਉਹ ਵੀ ਤੁਹਾਡਾ ਕਿੰਨੇ ਦਾ ਹੈ, 150 ਮਾਰਕਸ ਦਾ ਪੇਪਰ ਥਰਡ ਵੀ। ਤੇ ਲਾਸਟ ਤੁਹਾਡਾ ਕੀ ਹੋਏਗਾ, ਸੀਪੀਟੀ ਹੋਏਗਾ, ਜੋ ਕਿ ਇੱਕ ਕੁਆਲੀਫਾਈਂਗ ਨੇਚਰ ਹੋਏਗਾ। ਠੀਕ ਹੈ, ਇਹ ਤੁਹਾਨੂੰ ਸਿਰਫ ਕੁਆਲੀਫਾਈ ਕਰਨਾ ਹੈ, ਇਹਦੇ ਮਾਰਕਸ ਹੈਗੇ ਉਹ ਮੈਰਿਟ ਦੇ ਵਿੱਚ ਐਡ ਨਹੀਂ ਹੋਣਗੇ। ਠੀਕ ਹੈ, ਸੀਪੀਟੀ ਕਿਹੜਾ ਹੈਗਾ, ਕੰਪਿਊਟਰ ਪ੍ਰੋਫੀਸ਼ੀਐਂਸੀ ਟੈਸਟ, ਜਿਹੜਾ ਕਿ 100 ਨੰਬਰ ਦਾ ਹੋਏਗਾ। ਇਸ ਦੇ ਮਾਰਕਸ ਤੁਹਾਡੇ ਜਿਹੜਾ ਮੈਰਿਟ ਦੇ ਵਿੱਚ ਇਨਕਲੂਡ ਨਹੀਂ ਕਰਨੇ ਹੋਣਗੇ, ਪਰ ਇਹਨੂੰ ਕੁਆਲੀਫਾਈ ਕਰਨਾ ਜ਼ਰੂਰੀ ਹੈ। ਠੀਕ ਹੈ, ਕੈਂਡੀਡੇਟ ਹੂ ਸਿਕਿਉਰ ਦਾ ਮਿਨੀਮਮ ਥ੍ਰੈਸ਼ੋਲਡ ਮਾਰਕਸ ਇਨ ਐਗਰੀਗੇਟ ਆਊਟ ਆਫ 350 ਮਾਰਕਸ ਪੇਪਰ ਫਸਟ ਐਂਡ ਪੇਪਰ ਸੈਕਿੰਡ ਦੇ ਵਿਲ ਬੀ ਕਾਲਡ ਫॉर ਪੇਪਰ ਥਰਡ। ਜੇ ਤੁਸੀਂ ਪੇਪਰ ਫਸਟ ਨੂੰ ਤੇ ਸੈਕਿੰਡ ਨੂੰ ਕਲੀਅਰ ਕਰਦੇ ਹੋ ਤਾਂ ਤੁਹਾਨੂੰ ਪੇਪਰ ਥਰਡ ਖਾਤਰ ਬੁਲਾਇਆ ਜਾਏਗਾ। ਠੀਕ ਹੈ, ਉਸ ਤੋਂ ਬਾਅਦ ਹੈਗਾ ਸੀਪੀਟੀ ਇਜ਼ ਕੁਆਲੀਫਾਈਂਗ ਇਨ ਨੇਚਰ, ਮਾਰਕਸ ਆਬਟੇਨ ਸੀਪੀਟੀ ਵਿਲ ਬੀ ਨੋਟ ਕਾਊਂਟਡ ਟੋਟਲ ਫਾਈਨਲ ਮਾਰਕਸ। ਤਾਂ ਪੇਪਰ ਥਰਡ ਹੈਗਾ ਜਿਹੜਾ ਤੁਹਾਡਾ, ਠੀਕ ਹੈ, ਇਹਦੇ ਤਾਂ ਨੰਬਰ ਐਡ ਹੋਣਗੇ ਤਿੰਨਾਂ ਦੇ, ਪਰ ਸੀਪੀਟੀ ਦੇ ਐਡ ਨਹੀਂ ਹੋਣਗੇ। ਜਿਹੜਾ ਸੀਪੀਟੀ ਹੋਏਗਾ ਕੰਪਿਊਟਰ ਦਾ ਪ੍ਰੋਫੀਸ਼ੀਐਂਸੀ ਟੈਸਟ। ਸੀਪੀਟੀ ਕੀ ਹੁੰਦਾ ਦੋਸਤੋ, ਸੀਪੀਟੀ ਤੁਹਾਨੂੰ ਜਿਵੇਂ ਮੰਨ ਲਓ ਕੰਪਿਊਟਰ ਦੇ ਉੱਤੇ ਮਾਈਕਰੋਸਾਫਟ ਆਫਿਸ ਪੂਰਾ ਹੋ ਗਿਆ, ਠੀਕ ਹੈ, MS ਆਫਿਸ, ਉਹਦੇ ਵਿੱਚ ਜੋ ਵੀ ਤੁਹਾਨੂੰ ਕੋਈ ਟਾਸਕ ਦੇ ਦਿੱਤੇ ਜਾਂਦੇ ਆ ਉਹ ਤੁਸੀਂ ਟਾਸਕ ਨੂੰ ਕਰਕੇ ਦੱਸਣਾ ਹੈਗਾ ਕਿ ਇਸ ਤਰੀਕੇ ਨਾਲ ਇਹ ਟਾਸਕ ਹੋਣਗੇ। ਠੀਕ ਹੈ, ਚਲੋ ਕਰਕੇ ਉਹਦੇ ਵਿੱਚ ਜਦੋਂ ਤੁਸੀਂ ਸਬਮਿਟ ਕਰੋਗੇ ਤਾਂ ਉਹ ਆਟੋਮੈਟਿਕ ਸੌਫਟਵੇਅਰ ਦੱਸ ਦੇਗਾ ਕਿ ਤੁਸੀਂ ਕਿਸ ਤਰੀਕੇ ਨਾਲ ਇਹ ਟਾਸਕ ਕੰਪਲੀਟ ਕੀਤੇ ਹੈ। ਠੀਕ ਹੈ, ਯਾਨੀ ਕਿ ਕੰਪਿਊਟਰ ਦਾ ਤੁਹਾਨੂੰ ਮਾਈਕਰੋਸਾਫਟ ਆਫਿਸ ਹੈਗਾ ਉਹ ਇੱਕ ਥੋੜਾ ਜਿਹਾ ਵਧੀਆ ਤਰੀਕੇ ਨਾਲ ਆਉਣਾ ਚਾਹੀਦਾ ਹੈ। ਉਹਦੇ ਵਿੱਚ ਜਿੰਨੇ ਵੀ ਟਾਈਪਸ ਹੁੰਦੇ ਨੇ, ਮਾਈਕਰੋਸਾਫਟ ਐਕਸਲ ਹੋ ਗਿਆ, ਠੀਕ ਹੈ, ਜਾਂ ਡੇਲੀ ਰੂਟੀਨ ਦੇ ਵਿੱਚ ਜਿਹੜਾ ਆਪਾਂ ਯੂਜ਼ ਕਰਦੇ ਹਾਂ ਮਾਈਕਰੋਸਾਫਟ ਵਰਡ, ਉਹਦੇ ਵਿੱਚ ਜਿੰਨੇ ਵੀ ਫੰਕਸ਼ਨ ਹੁੰਦੇ ਨੇ ਉਹ ਕਿਸ ਤਰੀਕੇ ਨਾਲ ਯੂਜ਼ ਹੁੰਦੇ ਨੇ, ਉਹ ਹੁੰਦਾ ਤੁਹਾਡਾ ਸੀਪੀਟੀ। ਉਹਦੇ ਵਿੱਚ ਮਾਰਕਸ ਐਡ ਨਹੀਂ ਹੋਣਗੇ, ਸੀਪੀਟੀ ਤੁਹਾਡਾ 100 ਮਾਰਕਸ ਦਾ ਹੋਊਗਾ, ਇਹ ਸਿਰਫ ਕੁਆਲੀਫਾਈ ਕਰਨਾ ਹੋਏਗਾ। ਇਸ ਤਰੀਕੇ ਨਾਲ ਜਿਹੜੇ ਇਹ ਸੀਪੀਟੀ ਦੇ ਮਾਰਕਸ ਹੈਗੇ 100 ਮਾਰਕਸ ਇਹ ਐਡ ਨਹੀਂ ਹੋਣਗੇ, ਪੇਪਰ ਫਸਟ ਸੈਕਿੰਡ ਤੇ ਥਰਡ ਦੇ ਮਾਰਕਸ ਐਡ ਹੋਣਗੇ। 150 ਪਲੱਸ 200 ਪਲੱਸ 150 ਇਹ ਤੁਹਾਡਾ ਕਿੰਨਾ ਹੋ ਜਾਏਗਾ, ਟੋਟਲ 500 ਮਾਰਕਸ ਬਣ ਜਾਣਗੇ। ਏਐਸਓ ਦੀ ਪੋਸਟ ਖਾਤਰ 500 ਮਾਰਕਸ ਤੁਹਾਡੇ ਬਣ ਜਾਣਗੇ। ਠੀਕ ਹੈ, ਤਾਂ ਏਐਸਓ 500 ਨੰਬਰਾਂ ਦਾ ਬਣੇਗਾ ਫਾਈਨਲ, ਤੇ ਜਿਹੜੀ ਐਸਓ ਦੀ ਵੈਕੈਂਸੀ ਹੈ, ਐਸਓ ਦੀ ਪੋਸਟ ਹੈਗੀ ਇਹ 600 ਮਾਰਕਸ ਦੀ ਬਣੇਗੀ। ਤੇ ਜਿਹੜਾ ਤੁਹਾਡਾ ਦੋਸਤੋ ਪੇਪਰ ਫਸਟ ਤੇ ਪੇਪਰ ਸੈਕਿੰਡ ਹੋਣ ਵਾਲਾ, ਠੀਕ ਹੈ, ਪੇਪਰ ਫਸਟ ਹੋਏਗਾ ਤੁਹਾਡਾ, ਇੱਕ ਪੇਪਰ ਸੈਕਿੰਡ ਹੋਏਗਾ, ਇਹ ਡਿਪੈਂਡ ਕਰੇਗਾ ਕਿ ਇਹ ਇੱਕੋ ਦਿਨ ਹੀ ਹੁੰਦੇ ਆ, ਡਿਫਰੈਂਟ ਡੇਜ਼ ਹੁੰਦੇ ਆ, ਯਾਨੀ ਕਿ ਇੱਕ ਦਿਨ ਤੋਂ ਬਾਅਦ ਇੱਕ ਦਿਨ ਛੱਡ ਕੇ ਦੂਸਰੇ ਦਿਨ ਹੁੰਦਾ ਹੈ। ਠੀਕ ਹੈ, ਸੋ ਇਹ ਡਿਪੈਂਡ ਕਰੇਗਾ, ਇਹ ਫਾਈਨਲ ਬਾਅਦ ਵਿੱਚ ਦੱਸਣਗੇ, ਕਲੀਅਰ ਕਰਨਗੇ। ਠੀਕ ਹੈ, ਕਿ ਇਹ ਇੱਕੇ ਦਿਨ ਲੈ ਜਾਣਗੇ ਜਾਂ ਮਤਲਬ ਅੱਡੋ ਅੱਡ ਦਿਨ ਐਗਜ਼ਾਮ ਹੋਏਗਾ। ਕਈ ਵਾਰ ਤਾਂ ਕੀ ਹੁੰਦਾ ਕਿ ਦੋਸਤੋ ਮਾਰਨਿੰਗ ਦੇ ਵਿੱਚ ਪੇਪਰ ਫਸਟ ਹੋ ਜਾਂਦਾ ਹੈ, ਠੀਕ ਹੈ, ਉਸ ਤੋਂ ਬਾਅਦ ਮਤਲਬ ਆਫਟਰਨੂਨ ਦੇ ਵਿੱਚ ਗੈਪ ਦੇ ਦਿੰਦੇ ਆ, ਠੀਕ ਹੈ, ਘੰਟੇ ਦਾ 2 ਘੰਟਿਆਂ ਦਾ, ਉਸ ਤੋਂ ਬਾਅਦ ਪੇਪਰ ਸੈਕਿੰਡ ਲੈ ਲੈਂਦੇ ਆ। ਠੀਕ ਹੈ, ਪਰ ਪੇਪਰ ਥਰਡ ਹੈ ਇਹ ਪੇਪਰ ਫਸਟ ਤੇ ਸੈਕਿੰਡ ਨੂੰ ਕੁਆਲੀਫਾਈ ਕਰਨ ਤੋਂ ਬਾਅਦ ਹੀ ਹੋਏਗਾ। ਇਸ ਤੋਂ ਇਲਾਵਾ ਦੋਸਤੋ ਜੇ ਤੁਸੀਂ ਇਸ ਦੀ PDF ਡਾਊਨਲੋਡ ਕਰਨੀ ਹੈ, ਠੀਕ ਹੈ, PDF ਤੁਹਾਨੂੰ ਟੈਲੀਗ੍ਰਾਮ ਚੈਨਲ ਦੇ ਉੱਤੇ ਮਿਲ ਜਾਏਗੀ, ਉੱਥੇ ਆਪਾਂ ਅਪਲੋਡ ਕਰ ਦਿਆਂਗੇ ਟੈਲੀਗ੍ਰਾਮ ਚੈਨਲ ਜਸਟ ਕਲਾਸਿਸ ਦੇ ਉੱਤੇ, ਉੱਥੋਂ ਤੁਸੀਂ ਇਹ ਪੂਰੀ PDF ਡਾਊਨਲੋਡ ਕਰ ਸਕਦੇ ਹੋ। ਤੇ ਜਿਹੜਾ ਇਹ ਸਿਲੇਬਸ ਦਿੱਤਾ ਗਿਆ, ਠੀਕ ਹੈ, ਜਨਰਲ ਅਵੇਅਰਨੈਸ, ਇੰਗਲਿਸ਼ ਹੈ, ਠੀਕ ਹੈ, ਇੰਟੈਲੀਜੈਂਸ ਹੈ, ਰੀਜ਼ਨਿੰਗ, ਮੈਂਟਲ ਐਬਿਲਿਟੀ, ਇਹਨੂੰ ਪੂਰਾ ਡਿਸਕ੍ਰਿਪਟਿਵ ਪੂਰਾ ਡਿਟੇਲ ਦੇ ਵਿੱਚ ਦਿੱਤਾ ਗਿਆ ਇਹ। ਠੀਕ ਹੈ, ਉਸ PDF ਦੇ ਵਿੱਚ ਪੂਰਾ ਡਿਟੇਲ ਸਿਲੇਬਸ ਮਿਲ ਜਾਏਗਾ, ਯਾਨੀ ਕਿ ਟੌਪਿਕ ਵਾਈਜ਼ ਮਿਲ ਜਾਏਗਾ ਕਿ ਕਿਹੜੇ ਕਿਹੜੇ ਟੌਪਿਕਸ ਹੈਗੇ ਜਿਹੜੇ ਉਹ ਪੇਪਰ ਦੇ ਵਿੱਚ ਕਵਰ ਕੀਤੇ ਜਾਣਗੇ, ਪੇਪਰ ਦੇ ਵਿੱਚ ਕੁਐਸਚਨਸ ਪੁੱਛੇ ਜਾਣਗੇ। ਓਕੇ ਦੋਸਤੋ, ਥੈਂਕ ਯੂ। ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਕਰ ਸਕਦੇ ਹੋ। ਜੇ ਤੁਸੀਂ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ। ਮਿਲਦੇ ਹਾਂ ਨੈਕਸਟ ਵੀਡੀਓ ਵਿੱਚ।